नमस्कार, आपके साथ मैं हूं सुदेश नयन मोर। बुलेटिन की शुरुआत करेंगे बड़ी खबर के साथ। बड़ी खबर यह कि किसानों ने केंद्र सरकार का न्योता स्वीकार कर लिया है। बैठक से पहले किसानों की केंद्र को चेतावनी भी है कि कल बात नहीं बनी तो 26 नवंबर को दिल्ली का घेराव करेंगे। कृषि कानूनों पर आर पार की लड़ाई के मूड में किसान संगठन नजर आ रहे हैं। 26-27 नवंबर को दिल्ली में ट्रैक्टर ट्रॉली से प्रदर्शन करेंगे। दिवाली के दिन मशाल जलाकर प्रदर्शन करेंगे किसान। जब तक जीत नहीं होगी तब तक संघर्ष करते रहेंगे। ये किसान संगठनों की तरफ से एक बार फिर से कहा गया कि जब तक जीत नहीं होगी तब तक उनका संघर्ष भी जारी रहेगा। रेल मंत्री भी बैठक में शामिल होंगे, ये यूनियन की तरफ से कहा गया। पंजाब में रेलगाड़ियां चलाने को लेकर भी बात की जाएगी। बड़ी खबर आपको बता रहे हैं, किसान संगठनों की बैठक के बाद ये खबर की किसानों ने केंद्र सरकार का न्योता कबूल कर लिया है। बैठक से पहले लेकिन किसानों ने केंद्र सरकार को चेतावनी भी दी है। कहा कल बात नहीं बनी तो 26 नवंबर को दिल्ली का घेराव करेंगे। कृषि कानूनों पर अब किसान संगठन आर पार की लड़ाई के मूड में है। 26-27 नवंबर को दिल्ली में ट्रैक्टर ट्रॉली से प्रदर्शन किया जाएगा और दिवाली के दिन मशाल जलाकर प्रदर्शन किया जाएगा। चंडीगढ़ च किसान आगूआं की मीटिंग हुई है। कल दिल्ली च होने वाली मीटिंग नूं लैके हरमीत कादियां साडे नाल ने। कादियां साहब, की कुछ चर्चावां होईयां जिहड़ी कल मीटिंग होण जा रही है दिल्ली दे विच, उहनूं लैके किन्ने आसमंद हो और की कुछ मुद्दों नूं लैके चर्चा हुई है? ਅਸੀਂ ਉਹਦੇ 'ਚ ਆਸਮੰਦ ਹਮੇਸ਼ਾ ਰਹਿੰਦੇ ਜਿਵੇਂ ਵੀ ਐਜੀਟੇਸ਼ਨ ਲੜ ਰਹੇ ਆ, ਪਰ ਪਿਛਲੇ ਸਮੇਂ ਦੇ ਵਿੱਚ ਇਹ ਗੱਲ ਦੇਖੀ ਗਈ ਵੀ ਸਰਕਾਰਾਂ ਆਪਣਾ ਅਰਬ ਰੁਪਈਆ ਲੈ ਕੇ ਆ ਰਹੀਆਂ ਨੇ। ਜਿਵੇਂ ਅਸੀਂ ਕਿਹਾ ਗਿਆ ਸੀ ਵੀ ਟ੍ਰੇਨਾਂ ਪਹਿਲਾਂ ਚਲਾਈ ਜਾਣ ਮਾਲ ਗੱਡੀਆਂ, ਉਸ ਤੋਂ ਬਾਅਦ ਇਹ ਮੀਟਿੰਗ ਰੱਖੀ ਜਾਂਦੀ, ਭਲਾ ਦੀਵਾਲੀ ਤੋਂ ਬਾਅਦ ਹੋ ਜਾਂਦੀ ਚੰਗਾ ਸੀਗਾ। ਪਰ ਜੇ ਉਹਨਾਂ ਨੇ ਮੀਟਿੰਗ ਰੱਖ ਲਈ ਆ, ਉਹਦੇ ਵਿੱਚ ਅਸੀਂ ਅੱਜ ਬਰੀਫਿੰਗ ਕਰਕੇ ਆਪਣੇ ਵੱਲੋਂ ਆਸ ਨਾਲ ਚੱਲੇ ਆ ਵੀ ਜਿਹੜੇ ਤਿੰਨੇ ਕਾਨੂੰਨ ਲੱਗੇ ਨੇ ਇਹ ਵਾਪਸ ਕੀਤੇ ਜਾਣ। ਜਿਹੜੇ ਉਹਨਾਂ ਦੇ ਸਟੇਟ ਦੇ ਲਾਅ ਤੋੜੇ ਨੇ ਸਾਰੀਆਂ ਸਟੇਟਾਂ ਦੇ, ਉਹ ਸਾਰੇ ਅਸੀਂ ਕਾਨੂੰਨ ਦੇ ਤੌਰ ਤੇ ਨਾਲ ਲੈ ਕੇ ਜਾ ਰਹੇ ਹਾਂ। ਹੁਣ ਇੱਕ ਵਾਰੀ ਤੁਹਾਡੀ ਤਸੱਲੀ ਹੈ ਕਿ ਜਿਸ ਤਰ੍ਹਾਂ ਪਹਿਲਾਂ ਮੰਗ ਹੋ ਰਹੀ ਸੀ ਕਿ ਮੰਤਰੀ ਆਪ ਕਿਉਂ ਨਹੀਂ ਮੀਟਿੰਗ ਕਰਦੇ, ਅਫਸਰਾਂ ਨੇ ਬੁਲਾ ਲਈ, ਤੁਹਾਨੂੰ ਨਾਰਾਜ਼ਗੀ ਜਿਹੜੀ ਤੁਹਾਡੀ ਦੇਖਣ ਨੂੰ ਮਿਲੀ। ਹੁਣ ਲੱਗਦਾ ਹੈ ਕਿ ਜੇ ਮੰਤਰੀ ਸਾਹਮਣੇ ਆਏ ਨੇ ਤਾਂ ਕੋਈ ਨਾ ਕੋਈ ਜਿਹੜਾ ਸੰਘਰਸ਼ ਆ ਉਸ ਨੂੰ ਬੂਰ ਪੈ ਸਕਦਾ। ਅਸੀਂ ਇਹ ਮੰਨਦੇ ਹਾਂ ਵੀ ਇਹ ਪ੍ਰੋਪਰ ਵੇ ਸੀਗਾ, ਕਿਉਂਕਿ ਜਿਹੜੇ ਕਾਨੂੰਨ ਬਣਾਉਂਦੇ ਨੇ ਉਹੀ ਕਾਨੂੰਨ ਲਾ ਸਕਦੇ ਨੇ। ਮੰਤਰੀ ਲੈਵਲ ਤੋਂ ਥੱਲੇ ਇਹ ਡਿਸਕਸ਼ਨ ਨਾ ਪੋਸੀਬਲ ਹੀ ਨਹੀਂ ਸੀਗੀ ਵੀ ਜਿਹੜੇ ਕਾਨੂੰਨ ਬਣਾਏ ਗਏ ਉਹ ਆਪ ਦਾ ਪੱਖ ਰੱਖਣਗੇ, ਅਸੀਂ ਆਪ ਦਾ ਪੱਖ ਰੱਖਾਂਗੇ। ਕੋਈ ਘੱਟੋ ਘੱਟ ਪੱਖ ਰੱਖ ਕੇ ਕੋਈ ਨਤੀਜੇ ਵੱਲ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਸਰਕਾਰ ਨਾਲ ਵੀ ਇਹ ਨਤੀਜਾ ਨਿਕਲੇ ਕੁਝ ਨਾ ਕੁਝ। ਇੱਕ ਚੀਜ਼ ਹੋਰ ਹੈ ਕਿ ਇਹਨੂੰ ਇੱਕ ਸ਼ੁਰੂਆਤ ਕਹਿ ਸਕਦੇ ਹਾਂ। ਤੁਹਾਨੂੰ ਵੀ ਲੱਗਦਾ ਹੈ ਕਿ ਇੱਕ ਅੱਛੀ ਸ਼ੁਰੂਆਤ ਹੈ, ਕਿਉਂਕਿ ਐਸਾ ਨਹੀਂ ਹੈ ਕਿ ਇੱਕ ਮੀਟਿੰਗ ਦੇ ਵਿੱਚ ਮਸਲੇ ਨਿਬੜ ਜਾਂਦੇ ਨੇ, ਪਰ ਇੱਕ ਸ਼ੁਰੂਆਤ ਗੱਲਬਾਤ ਤਾਂ ਬਹੁਤ ਜ਼ਰੂਰੀ ਸੀ। ਕਈ ਜਥੇਬੰਦੀਆਂ ਕਹਿੰਦੀਆਂ ਸੀ ਕਿ ਗੱਲਬਾਤ ਵੀ ਨਹੀਂ ਕਰਨੀ ਚਾਹੀਦੀ, ਤਾਂ ਨਹੀਂ ਲੱਗਦਾ ਕਿ ਗੱਲਬਾਤ ਹੀ ਇੱਕ ਮੁੱਖ ਰਸਤਾ ਹੈ ਔਰ ਇਹ ਗੱਲਬਾਤ ਅੱਗੇ ਵਧਣੀ ਚਾਹੀਦੀ ਹੈ। ਬੇਸ਼ੱਕ ਸਮਾਂ ਵੱਧ ਲੱਗ ਸਕਦਾ। ਇਹਨੂੰ ਆਪਾਂ ਇੱਕ ਪ੍ਰਾਇਮਰੀ ਮੀਟਿੰਗ ਕਹਿ ਸਕਦੇ ਹਾਂ। ਇਹ ਪਹਿਲ ਦੇ ਆਧਾਰ ਤੇ ਮੀਟਿੰਗ ਘੱਟੋ ਘੱਟ ਸਾਡੇ ਗੱਲ ਜਿਹੜੀ ਕਿਸਾਨਾਂ ਦੀ ਆ, ਅਸੀਂ ਆਪਣੀ ਕਿਸਾਨਾਂ ਦੀ ਪੰਜਾਬ ਦੇ ਵਿੱਚੋਂ ਲੈ ਕੇ ਆਵਾਜ਼ ਉੱਤੇ ਪਹੁੰਚਾਵਾਂਗੇ ਵੀ ਤੁਹਾਡਾ ਕਾਨੂੰਨ ਕਿਹੜੀ ਗੱਲੋਂ ਗਲਤ ਆ। ਇਹ ਇੱਕ ਚੰਗੀ ਸ਼ੁਰੂਆਤ ਆ। ਇੱਕ ਪ੍ਰਾਇਮਰੀ ਮੀਟਿੰਗ ਲੈ ਕੇ ਚੱਲੀਏ ਤਾਂ ਉਸ ਮੁੱਦੇ ਨਾਲ ਹੀ ਅਸੀਂ ਚੱਲੇ ਆ ਵੀ ਆਪ ਦੀ ਗੱਲ ਰੱਖਣੀ ਆ, ਉਹਨਾਂ ਦੀ ਗੱਲ ਸੁਣ ਕੇ ਉਹਨਾਂ ਦਾ ਜਵਾਬ ਤਿਆਰ ਕਰਕੇ ਚੱਲੇ ਆ। ਕਦੇ ਸਰ ਇੱਕ ਚੀਜ਼ ਜ਼ਰੂਰ ਦੱਸਿਆ ਜੇ, ਸਾਡੇ ਦਰਸ਼ਕ ਵੀ ਜਾਣਨਾ ਚਾਹੁੰਦੇ ਨੇ ਕਿ ਕਿਸਾਨ ਕੱਲ ਚੱਲੇ ਨੇ ਦਿੱਲੀ ਗੱਲਬਾਤ ਕਰਨ ਦੇ ਲਈ। ਉਸ ਗੱਲਬਾਤ ਦੇ ਦੌਰਾਨ ਤੁਹਾਡੀ ਸ਼ੁਰੂਆਤ ਕੀ ਹੋਣ ਵਾਲੀ ਹੈ? ਮੁੱਖ ਤੌਰ ਤੇ ਕਿਹੜੇ ਮੁੱਦੇ ਜਿਹੜੇ ਨੇ ਉਹਨਾਂ ਤੇ ਉੱਥੇ ਵਿਚਾਰ ਕੀਤੀ ਜਾਊਗੀ, ਜਿਨ੍ਹਾਂ ਨੂੰ ਲੈ ਕੇ ਕੋਈ ਨਾ ਕੋਈ ਜਿਹੜੀ ਚੀਜ਼ਾਂ ਤੁਹਾਨੂੰ ਲੱਗੇ ਕਿ ਕੱਲ ਅਸੀਂ ਪ੍ਰਾਪਤੀ ਕੀਤੀ ਹੈ, ਚਾਹੇ ਰੇਲਾਂ ਹੋਣ ਚਾਹੇ ਹੋਰ ਮਸਲੇ ਹੋਣ? ਜਿਹੜੀ ਮੁੱਖ ਮੁੱਦੇ ਨੇ ਉਹ ਤਿੰਨ ਕਿਹੜੇ ਕਾਨੂੰਨ ਨੇ, ਫਾਰਮਰ ਵੈਲਫੇਅਰ ਕਾਨੂੰਨ ਇਹ ਕਹਿ ਰਹੇ ਨੇ, ਅਸੀਂ ਤਾਂ ਕਾਲੇ ਕਾਨੂੰਨ ਹੀ ਕਹਿੰਦੇ ਆ, ਉਹਨਾਂ ਦੇ ਮੁੱਖ ਹੋਊਗੀ। ਜਿਹੜੀ ਆਰਡੀਨੈਂਸ ਲਾਇਆ ਇਹਨਾਂ ਨੇ 2020 ਬਿਜਲੀ ਦਾ, ਉਹ ਮੁੱਖ ਰੱਖਿਆ ਸੀ 4ਥੇ ਨੰਬਰ ਤੇ। 5ਵੇਂ ਨੰਬਰ ਤੇ ਇਹਨਾਂ ਨੇ ਪਰਾਲੀ ਦੇ ਉੱਤੇ ਇੱਕ ਆਰਡੀਨੈਂਸ ਜਾਰੀ ਕਰਤਾ, ਹਲੇ ਕਾਨੂੰਨ ਬਣਨਾ ਰਹਿੰਦਾ ਪਰ ਆਰਡੀਨੈਂਸ ਹੈ। ਉਹਦੇ ਉੱਤੇ 1 ਕਰੋੜ ਦਾ ਜੁਰਮਾਨਾ ਤੇ 3 ਸਾਲ ਦੀ ਕੈਦ ਰੱਖੀ ਆ। ਇਹ ਚਾਰਾਂ ਤੇ ਜ਼ਿਆਦਾ ਫਿਗਰ ਆਊਟ ਕੀਤਾ ਜਾਊਗਾ ਬਈ ਇਹ ਡੀਜ਼ਲ ਪੈਟਰੋਲ ਦੀਆਂ ਜਿਹੜੀਆਂ ਕੀਮਤਾਂ ਜਿਵੇਂ ਬਾਹਰਲੇ ਦੇਸ਼ ਦੇ ਵਿੱਚ ਕਿਸਾਨਾਂ ਨੂੰ ਅੱਧੇ ਰੇਟ ਦਿੱਤੀ ਜਾਂਦੀਆਂ ਕਲਰ ਚੇਂਜ ਕਰਕੇ, ਉਹ ਇੱਕ ਮੁੱਖ ਮੰਗ ਅਸੀਂ ਨਾਲ ਇਹਦੇ ਨਾਲ ਜੋੜੀ ਆ ਵੀ ਉਹ ਰੱਖੀ ਜਾਵੇ। ਕਿ ਜਿਹੜਾ ਪੰਜਾਬ ਦੇ ਵਿੱਚ ਦੇਖੋ ਟ੍ਰੇਨਾਂ ਬੰਦ ਤੁਸੀਂ ਕੀਤੀਆਂ ਸੀ ਬੇਸ਼ੱਕ, ਪਰ ਉਸ ਤੋਂ ਬਾਅਦ ਉਹੀ ਟ੍ਰੇਨਾਂ ਬੰਦ ਕਰਨ ਦਾ ਪ੍ਰਭਾਵ ਆ ਜਿਹੜਾ ਪੰਜਾਬ ਤੇ ਪੈਣ ਲੱਗ ਗਿਆ। ਹੁਣ ਸਰਕਾਰ ਲਗਾਤਾਰ ਹਰ ਹੀਲਾ ਲਾ ਰਹੀ ਹੈ ਕਿ ਟ੍ਰੇਨਾਂ ਚੱਲ ਪੈਣ। ਕਾਰੋਬਾਰ ਠੱਪ ਹੋ ਰਿਹਾ, ਕਾਰੋਬਾਰੀ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਟ੍ਰੇਨਾਂ ਚਲਾਈਆਂ ਜਾਣ, ਔਰ ਨਹੀਂ ਲੱਗਦਾ ਕਿ ਐਸੇ ਹਾਲਾਤ ਪੈਦਾ ਹੋ ਰਹੇ ਨੇ ਕਿ ਕਿਤੇ ਨਾ ਕਿਤੇ ਕਿਸਾਨਾਂ ਦਾ ਸੰਘਰਸ਼ ਹੈ ਜਿਹੜਾ ਅਗਰ ਕਾਰੋਬਾਰੀਆਂ ਨੂੰ ਲੱਗੂਗਾ ਕਿ ਐਸਾ ਤਾਂ ਨਹੀਂ ਸਾਡੇ ਕਰਕੇ ਟ੍ਰੇਨਾਂ ਜਿਹੜੀਆਂ ਨੇ ਕਿਸਾਨਾਂ ਕਰਕੇ ਸਾਡਾ ਕਾਰੋਬਾਰ ਜਿਹੜਾ ਰੁਕ ਗਿਆ, ਤਾਂ ਉਹਨੂੰ ਲੈ ਕੇ ਵੀ ਸਰਕਾਰ ਨਾਲ ਗੱਲਬਾਤ ਹੋਏਗੀ ਕਿ ਜਿਹੜੀਆਂ ਟ੍ਰੇਨਾਂ ਨੇ ਮਾਲ ਗੱਡੀਆਂ ਨੇ ਉਹ ਚਲਾਈਆਂ ਜਾਣ, ਕਿਉਂਕਿ ਤੁਸੀਂ ਆਲਰੇਡੀ ਟਰੈਕ ਖਾਲੀ ਕੀਤੇ ਹੋਏ ਨੇ। ਸਾਨੂੰ ਟਰੈਕ ਖਾਲੀ ਕੀਤੇ ਨੂੰ ਘੱਟੋ ਘੱਟ 15 ਦਿਨ ਹੋ ਗਏ।
ਅਸੀਂ ਪਲੇਟਫਾਰਮ ਤੇ ਬੈਠੇ ਸੀ। ਪਿੱਛੇ ਸ਼ਰਤ ਆਈ ਵੀ ਟ੍ਰੇਨਾਂ ਤਾਂ ਨਹੀਂ ਚੱਲ ਰਹੀਆਂ, ਪਲੇਟਫਾਰਮ ਤੇ ਕਿਸਾਨ ਬੈਠੇ ਨੇ। ਅਸੀਂ ਪਲੇਟਫਾਰਮ ਤੋਂ ਚੱਕ ਕੇ ਬਾਹਰ ਪਾਰਕ ਚਲਾਤੇ ਆ। ਅਸੀਂ ਆਵਾਮ ਨੂੰ ਤੇ ਆਪਣੇ ਬਿਜ਼ਨਸਮੈਨ ਨੂੰ ਸਾਰਿਆਂ ਨੂੰ, ਜਿਹੜੇ ਮੰਤਰੀ ਆਏ ਸੀਗੇ ਸਾਡੇ ਵਪਾਰ ਮੰਡਲ ਵਾਲੇ, ਉਹਨਾਂ ਨਾਲ ਵਾਅਦਾ ਕੀਤਾ ਸੀ ਵੀ ਤੁਹਾਡੇ ਵਪਾਰ ਦੇ ਵਿੱਚ, ਉਹਨਾਂ ਕਹਿੰਦੇ ਸਾਨੂੰ 20,000 ਕਰੋੜ ਦਾ ਨੁਕਸਾਨ ਹੋ ਰਿਹਾ, ਤੇ ਉਹ ਨੁਕਸਾਨ ਨੂੰ ਪਿੱਛੇ ਹੋ ਕੇ ਦਿਖਾਇਆ ਵੀ ਤੁਹਾਡੇ ਨਾਲ ਧੱਕਾ ਕਿਸਾਨ ਜਥੇਬੰਦੀਆਂ ਨਹੀਂ ਕਰ ਰਹੀਆਂ, ਸੈਂਟਰਲ ਸਰਕਾਰ ਕਰ ਰਹੀ ਹੈ, ਪੰਜਾਬ ਨਾਲ ਧੱਕਾ ਹੋ ਰਿਹਾ। ਇਹ ਅੱਜ ਸਾਬਤ ਹੋ ਗਿਆ, ਨਾ ਟ੍ਰੇਨਾਂ ਚਲਾ ਕੇ ਸੈਂਟਰ ਦੇ ਹੁਣ ਪੂਰਾ ਦੋਸ਼ ਹੈ ਸਾਬਤ ਕਰਨ 'ਚ ਕਾਮਯਾਬ ਹੋ ਗਏ। ਪਰ ਲੱਗਦਾ ਕੀ ਹੈ ਕਿ ਇਹਦੇ ਪਿੱਛੇ ਮਨਸ਼ਾ ਕੀ ਰਹਿ ਸਕਦੀ ਹੈ ਕਿ ਜੇ ਤੁਸੀਂ ਕਿਹਾ ਕਿ ਟਰੈਕ ਖਾਲੀ ਨੇ, ਟ੍ਰੇਨਾਂ ਚਲਾਈਆਂ ਨਹੀਂ ਗਈਆਂ, ਕੋਲਾ ਖਤਮ ਹੋ ਗਿਆ, ਜਾਂ ਹੋਰ ਜਿਸ ਤਰ੍ਹਾਂ ਦਾ ਮਾਹੌਲ ਪੰਜਾਬ ਤੇ ਕੇਂਦਰ ਦੇ ਵਿੱਚ ਬਣਿਆ, ਤੁਹਾਨੂੰ ਕੀ ਲੱਗਦਾ ਹੈ ਕਿ ਕੇਂਦਰ ਸਰਕਾਰ ਦਾ ਇਸ ਤਰ੍ਹਾਂ ਦਾ ਮਾਹੌਲ ਬਣਾਉਣ ਦੇ ਪਿੱਛੇ ਮਨਸ਼ਾ ਕੀ ਹੈ? ਆਰਥਿਕ ਨਾਕਾਬੰਦੀ ਕਰ ਰਹੇ ਨੇ, ਸਿਆਸੀ ਨਾਕਾਬੰਦੀ ਕਰ ਰਹੇ ਨੇ। ਜਿਵੇਂ GST ਬੰਦ ਕਰਤਾ, ਰੂਰਲ ਡਿਵੈਲਪਮੈਂਟ ਫੰਡ ਬੰਦ ਕਰਤਾ, ਇਸ ਤਰੀਕੇ ਨਾਲ ਲੱਗ ਰਿਹਾ ਜਿਵੇਂ ਸਾਡੇ ਸੰਘਰਸ਼ ਦੇ ਵਿੱਚੋਂ ਆਪ ਦਾ ਕੋਈ ਹੋਰ ਸਿਆਸੀ ਰੂਪ ਲੱਭ ਰਹੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਨਵਾਂ ਤੋਂ 26 ਔਰ 27 ਤਰੀਕ ਦਾ ਐਲਾਨ ਕੀਤਾ ਸੀਗਾ ਕਿ ਉਹਨੂੰ ਲੈ ਕੇ ਪਤਾ ਲੱਗਿਆ ਕਿ ਇਜਾਜ਼ਤ ਨਹੀਂ ਮਿਲੀ ਦਿੱਲੀ ਪੁਲਿਸ ਦੇ ਵੱਲੋਂ, ਤਾਂ ਕੀ ਰੂਪਰੇਖਾ ਰਹਿਣ ਵਾਲੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਨੂੰ? ਔਰ ਕੱਲ ਜਿਹੜੀ ਮੀਟਿੰਗ ਦੇ ਵਿੱਚੋਂ ਅਗਰ ਕੋਈ ਨਤੀਜਾ ਨਿਕਲਦਾ ਜਾਂ ਨਹੀਂ ਨਿਕਲਦਾ, ਉਹਨੂੰ ਲੈ ਕੇ ਅੱਗੇ ਕਦੋਂ ਦੀ ਜਿਹੜੀ ਰੂਪਰੇਖਾ ਲਿਖੀ ਗਈ ਹੈ? ਆਉਣ ਵਾਲੀ ਰਣਨੀਤੀ ਕੱਲ ਦੀ ਮੀਟਿੰਗ ਤੋਂ ਡਿਪੈਂਡ ਕਰਦੀ ਹੈ ਵੀ ਕੱਲ ਕੀ ਰਣਨੀਤੀ ਉਹ ਬਣਾਉਂਦੇ ਨੇ, ਸਾਨੂੰ ਕੀ ਭਰੋਸਾ ਦੇਣ 'ਚ ਕਾਮਯਾਬ ਹੁੰਦੀ ਹੈ ਸਰਕਾਰ ਜਾਂ ਨਹੀਂ ਹੁੰਦੀ। ਜਿਵੇਂ ਵੀ ਹੋਊਗੀ 18 ਤਰੀਕ ਨੂੰ ਦੁਬਾਰਾ ਕਿਸਾਨ ਭਵਨ ਮੀਟਿੰਗ ਰੱਖੀ ਜਾਊਗੀ। 26-27 ਦਾ ਪ੍ਰੋਗਰਾਮ ਹਾਲੇ ਤੱਕ ਜਿਉਂ ਦਾ ਤਿਉਂ ਆ। ਟਰੈਕਟਰ ਟਰਾਲੀਆਂ ਲੈ ਕੇ ਵੱਡੇ ਰੂਪ ਦੇ ਲੱਖਾਂ ਦੇ ਵਿੱਚ ਕਿਸਾਨ ਹਜ਼ਾਰਾਂ ਟਰੈਕਟਰ ਟਰਾਲੀ ਲੈ ਕੇ ਜਾਣਗੇ। ਤੇ ਜੇ ਕਿਉਂਕਿ ਇਜਾਜ਼ਤ ਨਹੀਂ ਮਿਲੀ, ਜੇ ਰੋਕਿਆ ਜਾਂਦਾ ਕਿਸਾਨਾਂ ਨੂੰ, ਤਾਂ ਫਿਰ ਤੁਹਾਡੀ ਕੀ ਰੂਪਰੇਖਾ ਰਹੇਗੀ? ਜੇ ਰੋਕਿਆ ਜਾਂਦਾ ਸਰਕਾਰਾਂ ਜ਼ਿੰਮੇਵਾਰ ਹੋਣਗੀਆਂ, ਜਿੱਥੇ ਰੋਕਿਆ ਗਿਆ ਉੱਥੇ ਕਿਸਾਨਾਂ ਨੇ ਬੈਠ ਜਾਣਾ। ਅਸੀਂ ਉਸ ਵਾਲੇ ਸੰਘਰਸ਼ ਲੜਨ 'ਚ ਕਾਮਯਾਬ ਹੋ ਗਏ ਜਿਸ ਵਕਤ ਪੱਕੀਆਂ ਫਸਲਾਂ ਖੜੀਆਂ ਸੀਗੀਆਂ, ਅਗਲੀ ਬਜਾਈ ਅਗਲੇ ਫਸਲ ਦੀ ਕਰਨੀ ਸੀ। ਹੁਣ ਅਸੀਂ ਬਿਲਕੁਲ 26 ਤਰੀਕ ਨੂੰ ਵਿਹਲੇ ਹੋ ਗਏ ਆ। ਕਿਸਾਨ ਪੂਰੇ ਆਪਣੇ ਸੰਘਰਸ਼ ਲਈ ਇਹ 3 ਕਾਨੂੰਨ ਵਾਪਸ ਲੈ ਕੇ ਆਉਣ ਲਈ ਤਿਆਰ ਨੇ। ਕਿਸਾਨਾਂ ਨੂੰ ਕਿੰਨੀ ਆਸ ਹੈ ਕਿ ਇਹ 45 ਦਿਨ ਦੇ ਕਰੀਬ ਸਮਾਂ ਹੋ ਗਿਆ, ਲੱਗਦਾ ਹੈ ਕਿ ਦਿੱਲੀ ਸਰਕਾਰ ਨੂੰ ਤੁਸੀਂ ਝੁਕਾ ਪਾਓਗੇ? ਦੇਖੋ, ਪਹਿਲਾਂ ਅਫਸਰ ਲੈਵਲ ਤੇ ਮੀਟਿੰਗ ਸੱਦੀ ਤੇ ਅੱਜ ਜੇ ਮੰਤਰੀ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਆ, ਸਾਨੂੰ ਤਾਂ ਇਦਾਂ ਲੱਗਦਾ ਵੀ ਸ਼ਾਂਤਮਈ ਪੂਰੇ ਤਰੀਕੇ ਨਾਲ ਐਡੀ ਵੱਡੀ ਲੜਾਈ ਲੜ ਕੇ ਵੀ ਅਸੀਂ ਕੁਛ ਨਾ ਕੁਛ ਸਰਕਾਰਾਂ ਨੂੰ ਲਿਆ ਕੇ ਕਾਮਯਾਬ ਹੋਏ ਆ। ਸਰਕਾਰਾਂ ਗੋਡੇ ਟੇਕਣਗੀਆਂ, ਆਉਣ ਵਾਲੇ ਸਮੇਂ ਤੁਹਾਡੇ ਸਾਹਮਣੇ ਆਊਗਾ। ਤਾਂ ਕਿਸਾਨ ਆਗੂ ਹਰਬੀਤ ਕਾਦੀਆਂ ਨੇ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਸਰਕਾਰਾਂ ਆਉਣ ਵਾਲੇ ਸਮੇਂ ਦੇ ਵਿੱਚ ਗੋਡੇ ਟੇਕਣੀਆਂ, ਯਾਨੀ ਕਿਸਾਨੀ ਸੰਘਰਸ਼ ਜਿਹੜਾ ਇਸੇ ਤਰ੍ਹਾਂ ਜਾਰੀ ਰਹੇਗਾ ਜਿੰਨੀ ਦੇਰ ਤੱਕ ਸਰਕਾਰਾਂ ਨਹੀਂ ਝੁਕਦੀਆਂ ਔਰ ਕੇਂਦਰੀ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ, ਉਨੀ ਦੇਰ ਤੱਕ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ। ਕੈਮਰਾਮੈਨ ਅਸ਼ੋਕ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼। तो किसान संगठनों की बैठक थी, रणनीति बनाई गई कि आगे इस मसले को कैसे पहुंचाना है और कैसे इस संघर्ष को जीत में तब्दील करना है। किसान संगठनों ने यह भी साफ कर दिया कि केंद्र का न्योता स्वीकार है, लेकिन साथ ही चेतावनी कि अगर बात नहीं बनी इस बैठक में भी तो फिर 26 नवंबर को दिल्ली का घेराव करेंगे। 26-27 नवंबर को दिल्ली में ट्रैक्टर ट्रॉली के साथ प्रदर्शन करेंगे। और किसान नेता जिस तरीके से अपनी बात रख रहे थे, उससे साफ है कि वो हर हाल में कृषि कानूनों के खिलाफ खड़े हैं। केंद्र सरकार को उनकी मांगे स्वीकार करनी पड़ेंगी और जब तक मांगे स्वीकार नहीं होंगी तब तक वो यूं ही धरना प्रदर्शन, अपना संघर्ष जारी रखेंगे। और दिवाली के दिन भी मशाल जलाकर प्रदर्शन करने का फैसला किसान संगठनों ने किया है। मेरे सहयोगी नपिंदर बराड़ इसी बड़ी खबर पर और जानकारी के साथ जुड़े हैं। नपिंदर, किसान जथेबंदियों ने एक बार फिर से अपने तेवर दिखा दिए हैं कि केंद्र का न्योता जरूर स्वीकार कर रहे हैं, लेकिन अगर बात फिर भी नहीं बनती इस बैठक में भी तो आगे वो अपना संघर्ष कुछ अलग तरीके से जारी रखेंगे। क्या लगता है, क्या किसान संगठन अब एक नई लड़ाई के मूड में है? कि साडे दिल्ली जाने का मकसद यह है कि क्योंकि कल नूं ऐसा ना होवे कि कहण कि पंजाब के किसानों नूं बुलाया सी पर कोई गलबात करने नहीं राजी नहीं होया। किसान कहते ने असीं दिल्ली जावांगे, केंद्र सरकार दे नाल गलबात करांगे, उन्हां दी भी सुणांगे ते अपनी भी सुणावांगे, पर तां साडी सहमति बननी है जे ਜਿਹੜੇ केंद्री खेती कानून ने उन्हां नूं सरकार वापस लैंदी है। नाल ये भी कह दिता कि जे कल कोई कल किस तरह की मीटिंग दे विच किस तरह के हालात बनते हैं कि केंद्र की जिहड़ियां केंद्र की प्रपोजल है कि किसानों को पसंद आउंदी है या किसानों की प्रपोजल केंद्र को पसंद आउंदी है, उस चीज़ पर चर्चा करने के लिए और करी फिर तो मीटिंग की जाएगी। फिर 18 नवंबर को एक नवी मीटिंग जी एडवांस रख ली गई है। 18 नवंबर को चंडीगढ़ च आके किसान मीटिंग करेंगे। उस मीटिंग तो बाद अगे की रूपरेखा जी तैयार की जाएगी। पर नाल ही 26 ते 27 तरीक का पहले ही ऐलान किया होया कि दिल्ली दे विच जाके किसान प्रोटेस्ट करनगे। वो साफ कर दी तस्वीर किसानों ने कि वो असीं करांगे। जे कल सारिया चीज़ां ठीक हो जांदियां ने, सरकार मन जाती है तो बेशक वो जिहड़ा हैगा प्रोटेस्ट रोक लिया जाए।
ਵਰਨਾ ਉਹ ਪ੍ਰੋਟੈਸਟ ਹੋਵੇਗਾ। ਵੱਡੀ ਗਿਣਤੀ ਦੇ ਵਿੱਚ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਜਾਣਗੇ। ਹਾਲਾਂਕਿ ਜਾਣਕਾਰੀ ਇਹ ਹੈ ਕਿ ਦਿੱਲੀ ਪੁਲਿਸ ਨੇ ਇਜਾਜ਼ਤ ਨਹੀਂ ਦਿੱਤੀ ਹੈ, ਪਰ ਕਹਿੰਦੇ ਨੇ ਕਿ ਅਸੀਂ ਜਾਵਾਂਗੇ ਜੀ, ਜੀ। ਜਿੱਥੇ ਸਾਨੂੰ ਰੋਕਣਗੇ ਅਸੀਂ ਉੱਥੇ ਹੀ ਬੈਠਾਂਗੇ, ਸੜਕਾਂ ਜਾਮ ਕਰ ਦੇਵਾਂਗੇ। ਜਿਵੇਂ 45 ਦਿਨ ਤੋਂ ਰੇਲਵੇ ਦੀਆਂ ਜਿਹੜੀਆਂ ਲਾਈਨਾਂ ਅਸੀਂ ਜਾਮ ਕੀਤੀਆਂ ਹੋਈਆਂ ਨੇ, ਉਸੇ ਤਰ੍ਹਾਂ ਜਿੱਥੇ ਵੀ ਸਾਨੂੰ ਰੋਕ ਲਿਆ ਗਿਆ ਅਸੀਂ ਉਹ ਸੜਕਾਂ ਪੱਕੀਆਂ ਜਾਮ ਕਰ ਦਿਆਂਗੇ, ਵਾਪਸ ਨਹੀਂ ਮੁੜਾਂਗੇ। ਪੂਰੀ ਤਿਆਰੀ ਦੇ ਨਾਲ ਕਿਸਾਨ ਕਹਿੰਦੇ ਨੇ ਅਸੀਂ ਜਾ ਰਹੇ ਹਾਂ, ਪਰ ਫਿਰ ਵੀ ਕਹਿੰਦੇ ਨੇ ਕਿ ਆਸਵੰਦ ਹੈ ਕਿ ਕੇਂਦਰ ਦੇ ਨਾਲ ਜਿਹੜੀ ਗੱਲਬਾਤ ਹੋ ਰਹੀ ਹੈ ਇਹ ਇੱਕ ਸ਼ੁਰੂਆਤੀ ਮੀਟਿੰਗ ਆ, ਕੱਲ ਪਹਿਲੇ ਦੌਰ ਦੀ ਮੀਟਿੰਗ ਆ। ਐਸਾ ਨਹੀਂ ਮੰਨਿਆ ਜਾ ਸਕਦਾ ਕਿ ਕੱਲ ਦੀ ਮੀਟਿੰਗ ਦੇ ਵਿੱਚ ਸਾਰੀਆਂ चीज़ां हल हो जान। किसान ऐसा कहते हैं, कल एक शुरुआत होने की उम्मीद है। लेकिन किसानों ने भी अपनी रणनीति यहाँ पर बता दी है कि वो बात नहीं बनने